ਸਾਡੇ ਇਸਤੇਮਾਲ 'ਚ ਫਰਕ ਆ ਗਿਆ। ਅਗਲੇ ਦਿਨ ਵੀ ਇਹ ਗੱਲ ਕੀਤੀ ਸੀ ਕਿ ਇੱਕ ਕੰਪਨੀ ਇਹ ਗੱਡੀ ਬਣਾਉਂਦੀ ਹੈ, ਗੱਡੀ ਬਣੇ ਜਾ ਕੇ ਟਾਲੀ 'ਚ ਵੱਜ ਜਾਂਦੀ ਹੈ ਗੱਡੀ। ਹੁਣ ਇੱਥੇ ਮਾੜਾ ਬੋਲਣ ਲੱਗ ਪਵਾਂ ਤੁਸੀਂ ਸਾਰੇ ਇੱਥੇ ਹੱਥ ਕਰ ਲੈਣਾ। ਨਹੀਂ, ਉਹ ਬੈਟਰੀ ਨਹੀਂ ਸਹੀ। ਸਾਡੇ ਕੋਲ 4 ਟਰੈਕਟਰ ਨੇ, ਅਸਾਂ ਚਵਾਂ 'ਚ ਸੁੱਕੀਆਂ ਬੈਟਰੀਆਂ ਰਖਾਈਆਂ ਨੇ, ਟਾਪੇ ਖਾ ਦੇ ਨੇ, ਕਦੀ ਪਾਣੀ ਮੁੱਕ ਗਿਆ, ਕਦੀ ਤੇਜ਼ਾਬ। ਕਾਰੀਗਰ ਕੋਲ ਜਾਈਓ ਆਂਦੇ ਨੇ ਪਾਣੀ ਮੁੱਕ ਗਿਆ। ਲਾਈਫ ਜ਼ਿਆਦਾ ਜਿੱਦਣ ਪਤਾ ਇਹਨੇ ਬਸ ਕਰਨੀ ਉਦੋਂ ਲਾ ਦਿਓ, ਕਿਸੇ ਨਾਲ ਮਸ਼ਵਰਾ ਨਾ ਕਰੋ। ਕਾਸ਼ਤਕਾਰ ਦੇ ਕੋਲ ਕੋਈ ਚੀਜ਼ ਐਸੀ ਨਹੀਂ ਕਿ ਜਿਹਦੇ ਨਾਲ ਕਾਸ਼ਤਕਾਰ ਮਟੀਰੀਅਲ ਚੈੱਕ ਕਰ ਲਵੇ। ਕਾਸ਼ਤਕਾਰ ਨੂੰ ਤੇ ਚੰਗੀ ਚਲਾਈ ਤੇ ਮੰਦੀ ਚਲਾਈ ਨਾਲ ਵੀਡੀਓ ਬਣਾਈ। ਵੈਸੇ ਇੱਕ ਦਿਨ ਮੈਂ ਕਿਹਾ 1.5 ਲੱਖ ਦੇ ਸਕੂਟਰ ਨੂੰ ਲਾਕ ਵਾਲਾ ਮਤਲਬ ਕਿ ਕਾ ਤੇ 40 ਲੱਖ ਦੇ ਟਰੈਕਟਰ ਨੂੰ ਕੋਈ ਨਹੀਂ। ਇਹ ਫਿਲਹਾਲ ਚੂੜੀ ਵਾਲਾ ਹੀ, ਇਹਦਾ ਮਿਆਰ ਚੂੜੀ ਤੱਕ। ਇਹਦੇ 'ਚ ਮੈਗਨੇਟ ਆ, ਜਿਹੜਾ ਕੋਈ ਕਚਰਾ ਮਾੜਾ ਚੰਗਾ ਹੋਵੇ ਤਾਂ ਉਹ ਇਹ ਫੜ ਲੈ। ਇਹ ਜਿਹੜਾ ਨਿਸ਼ਾਨ ਲੱਗਿਆ, ਇਸ ਨਿਸ਼ਾਨ ਦੇ ਅੰਦਰ ਕਲਚ ਪਲੇਟ ਦੀ ਵਾਸਤੇ ਨਿਸ਼ਾਨ ਕਲਚ ਪਲੇਟ ਇੱਥੇ ਪਈ ਹੈ। अस्सलाम वालेकुम दोस्तों, अपना चैनल पीके यूट्यूब चैनल 'ਚ ਖੁਸ਼ ਆਮਦੀਦ। ਕਾਫੀ ਦੋਸਤ ਇਹ ਵੀ ਸ਼ਿਕਵਾ ਸੀ ਕਿ ਗ੍ਰੀਨ ਸਕੀਮ ਵਾਲੇ ਟਰੈਕਟਰ ਕਿੱਥੇ ਤਿਆਰ ਹੁੰਦੇ ਨੇ, ਇਹਨਾਂ 'ਚ ਕਿਹੜਾ ਮਟੀਰੀਅਲ ਇਸਤੇਮਾਲ ਹੁੰਦਾ ਹੈ ਤੇ ਉਹਦੀ ਮਟੀਰੀਅਲ ਦੀ ਬਰੀਕੀ ਚੈੱਕ ਕਰਨ ਵਾਸਤੇ ਚਾਚਾ ਜੀ ਹੁਣੇ ਵੀ ਬਕਾਇਦਾ ਤੌਰ ਤੇ ਚੈੱਕ ਕਰਦੇ ਪਏ ਨੇ। ਬਕਾਇਦਾ ਅਸੀਂ ਪਲਾਂਟ ਵੀ ਵਿਜ਼ਿਟ ਕੀਤਾ ਗ੍ਰੀਨ ਸਕੀਮ ਬਾਰੇ ਕਿ ਗ੍ਰੀਨ ਸਕੀਮ ਦੇ ਟਰੈਕਟਰ ਭਾਈ ਕਿੱਥੇ ਤਿਆਰ ਹੁੰਦੇ ਨੇ। ਇਹਦੀ ਵੀ ਤੁਹਾਨੂੰ ਹਕੀਕਤ ਤੋਂ ਤੁਹਾਨੂੰ ਲੱਭਣੀ, ਜੋ ਵੀ ਹਕੀਕਤ ਤੁਹਾਡੇ ਸਾਹਮਣੇ ਰੱਖਦੀ ਹੈ। ਗ੍ਰੀਨ ਸਕੀਮ ਦਾ ਤੁਸੀਂ ਚੈੱਕ ਕਰ ਸਕਦੇ ਹੋ। ਤਕਰੀਬਨ ਪੂਰੀ ਮਿਲਰ ਟਰੈਕਟਰ ਦੇ ਵਿੱਚ ਫਿਲਹਾਲ ਗ੍ਰੀਨ ਟਰੈਕਟਰ ਹੀ ਖੜੇ ਨੇ ਤੇ ਫਿਲਹਾਲ ਇਹਦਾ ਹੀ ਆਰਡਰ ਅਜੇ ਮੁਕੰਮਲ ਨਹੀਂ ਹੋਇਆ। ਜੇ ਕਾਫੀ ਦੋਸਤ ਇਹ ਵੀ ਕਹਿ ਰਹੇ ਸਾਨੂੰ ਡਿਲੀਵਰੀ ਨਹੀਂ ਮਿਲੀ। ਤਕਰੀਬਨ ਕੰਪਨੀ ਦਾ ਕਹਿਣਾ ਹੈ 60 ਤੋਂ 70% ਡਿਲੀਵਰੀ ਦੇ ਦਿੱਤੀ ਹੈ, ਮੁਕੰਮਲ ਹੋ ਗਏ ਨੇ। ਤਕਰੀਬਨ 30 ਤੋਂ 40% ਮਜ਼ੀਦ ਅਸੀਂ ਤਿਆਰ ਕਰਦੇ ਪਏ ਹਾਂ। ਬਾਕੀ ਗੱਲ ਕਰੀਏ ਇਹਦੇ ਵਿੱਚ ਮਟੀਰੀਅਲ ਕਿਹੜਾ ਇਸਤੇਮਾਲ ਹੁੰਦਾ ਹੈ, ਬਾਕੀ ਸਾਰੀ ਅਸੀਂ ਡਿਟੇਲ ਚੈੱਕ ਕੀਤੀ ਹੈ, ਪੂਰੀ ਫੈਕਟਰੀ ਦਾ ਵਿਜ਼ਿਟ ਕੀਤਾ। ਜਿੱਥੇ ਭਾਈ ਇਹਨਾਂ ਦੇ ਰੈਗੂਲਰ ਮਾਡਲ ਤਿਆਰ ਹੁੰਦੇ ਨੇ ਉੱਥੇ ਹੀ ਗ੍ਰੀਨ ਟਰੈਕਟਰ ਵੀ ਉੱਥੇ ਤਿਆਰ ਹੋ ਕੇ ਜ਼ਿਮੀਂਦਾਰਾਂ ਨੂੰ ਮਿਲਦੇ ਨੇ। ਇਹ ਜ਼ਿਮੀਂਦਾਰਾਂ ਦਾ ਵਹਿਮ ਹੀ ਹੈ ਕਿ ਇਹ ਜੀ ਮਾੜੇ ਹੁੰਦੇ ਨਾ, ਇਹ ਨਾਕਸ ਮਟੀਰੀਅਲ ਵਾਲਾ ਵਹਿਮ ਤੇ ਅੱਜ ਦਿਲ ਚੋਂ ਕੱਢ ਦਿਓ। ਤੁਹਾਡਾ ਵਹਿਮ ਦੂਰ ਕਰਨ ਵਾਸਤੇ ਭਾਈ ਸਪੈਸ਼ਲੀ ਪਲਾਂਟ ਦਾ ਵਿਜ਼ਿਟ ਕੀਤਾ। ਮੈਂ ਕਿਹਾ ਚੈੱਕ ਕਰਾਓ ਜੀ ਗ੍ਰੀਨ ਟਰੈਕਟਰ ਕਿੱਥੇ ਤਿਆਰ ਹੁੰਦੇ ਨੇ। ਇਸ ਤੋਂ ਇਲਾਵਾ ਕਾਫੀ ਦੋਸਤਾਂ ਦਾ ਇਹ ਵੀ ਸਵਾਲ ਆਉਂਦਾ ਸੀ ਕਿ ਜਿਹੜੀਆਂ ਨਵੀਆਂ ਤਬਦੀਲੀਆਂ ਹੋਈਆਂ ਨੇ ਇਹ ਗ੍ਰੀਨ ਟਰੈਕਟਰ ਵਾਲਿਆਂ ਨੂੰ ਵੀ ਮਿਲਣਗੀਆਂ ਵਿੱਚ। ਬਾਕੀ ਇਹ ਜੀ 2025 ਦੇ ਵਿੱਚ ਹੀ ਭਾਈ ਇਹ ਮਾਡਲ ਮਿਲਣਗੇ ਤੁਹਾਨੂੰ। ਤੇ ਕਾਫੀ ਦੋਸਤ ਇਹ ਵੀ ਕਹਿ ਰਹੇ ਸੀ ਕਿ ਇਹਦੀ ਬੁਕਿੰਗ ਹੋਣਾ ਸ਼ੁਰੂ ਹੋ ਗਈ ਹੈ। ਬੁਕਿੰਗ ਭਾਈ ਅੱਜ ਤੋਂ ਤਕਰੀਬਨ ਇਹਨਾਂ ਦੀ ਸ਼ੁਰੂ ਹੋ ਗਈ ਹੈ। 2025 ਮਾਡਲਾਂ ਦੀ ਅਗਰ ਕੋਈ ਜ਼ਿਮੀਂਦਾਰ ਕਰਵਾਉਣਾ ਚਾਹੇ ਤਾਂ ਕਰਵਾ ਸਕਦਾ। ਹੁਣ ਤੁਹਾਨੂੰ ਨਵੇਂ ਰੇਟ ਤੇ ਮਿਲਣਗੇ, ਜੋ ਵੀ ਨਵਾਂ ਰੇਟ ਆ ਗਿਆ। ਇਸ ਤੋਂ ਇਲਾਵਾ ਮਾਰਕੀਟ ਕਦੋਂ ਆਉਣਗੇ ਇਨਸ਼ਾਅੱਲਾ ਜੀ, ਜਨਵਰੀ ਦੇ ਵਿੱਚ ਮਾਰਕੀਟ ਵਿੱਚ ਆ ਜਾਣਗੇ ਨਵੇਂ ਮਾਡਲ ਜਿਹੜੀਆਂ ਤਬਦੀਲੀਆਂ ਕੀਤੀਆਂ ਨੇ ਤੇ ਉਹ ਨਵੀਂ ਰੇਟ ਉਹਦੇ ਨਾਲ ਲਾਗੂ ਹੋਣਗੇ। ਬਾਕੀ ਮਜ਼ੀਦ ਗੱਲਬਾਤ ਕਰਾਂਗੇ। ਚਾਚਾ ਜੀ ਉਹਨਾਂ ਨੇ ਬੜੇ ਅੱਛੀ ਤਰ੍ਹਾਂ ਤਬਦੀਲੀਆਂ ਤੁਹਾਡੇ ਨਾਲ ਦੁਬਾਰਾ ਸ਼ੇਅਰ ਕਰ ਦਿੱਤੇ। ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਸ਼ੇਅਰ ਕਰ ਚੁੱਕਿਆ ਜੋ ਵੀ ਤਬਦੀਲੀਆਂ ਕੰਪਨੀ ਨੇ ਕਦੀ ਕਿ ਚੁਟਕੀ ਮਰੋੜੀ ਦੀ ਹੱਥੇ 'ਚ ਆ ਜਾਂਦੀ ਹੈ, ਖੁੱਲਦੀ ਨੇ, ਸ਼ੋਅ ਨੂੰ ਧੱਫੇ ਮਾਰਦਿਆਂ ਰਹੀਦਾ, ਉਹ ਨਾ ਠੀਕ ਕਰ ਦਿੱਤੀ। ਤੁਸੀਂ ਵੇਖਿਆ ਮਜ਼ੀਦ ਤਬਦੀਲੀ ਇਹ ਵੀ ਬਿਹਤਰ ਹੋ ਗਿਆ, ਲੇਕਿਨ ਐਕਸਲਾਂ 'ਚ ਵੀ ਫਰਕ ਪਿਆ ਹੈ ਤੇ ਤਾਂ ਲੱਗਾ ਸਾਰਿਆਂ ਨੂੰ ਚੀਜ਼ ਆਵੇ। ਇੱਧਰ ਆ ਜਾਓ ਜੀ। ਇਹ ਜਿਹੜਾ ਕਾਕ ਸੀ ਨਾ, ਇੱਕ ਦਿਨ ਵੈਸੇ ਵੀਡੀਓ ਬਣਾਈ ਮੈਂ ਤੁਹਾਡੇ ਭਰਾਵਾਂ ਦੇ ਤਾਮਨ ਨਾਲ ਹੀ। ਇਹ ਜਿਹੜਾ ਕਾਕ ਇਹ ਲੱਗੇ ਆ ਸੜਕ ਦੇ ਨਾਲ ਸੀ ਜ਼ਮੀਨ ਤੇ, ਮੈਂ ਕਿਹਾ ਕੋਈ ਭਾਵੇਂ ਕਿਹੜਾ ਬੱਚਾ ਖੋਲ ਲੈ ਤੇ ਵਿੱਚ ਮਿੱਟੀ ਪਾ ਜਾ। ਇਹ ਉਹਨਾਂ ਚੂੜੀ ਵਾਲਾ ਕਰ ਦਿੱਤਾ ਤੇ ਇਹ ਹੁਣ ਛੋਟੇ ਟਰੈਕਟਰ ਨੂੰ ਉਹਨਾਂ ਪਲੇਟਫਾਰਮ ਲਾ ਦਿੱਤਾ। ਇਹ ਮੋਬਾਈਲ ਦਾ ਚਾਰਜਰ ਲਾ ਕੇ, ਮਤਲਬ ਇਸ ਟਾਈਮ ਹਰ ਬੰਦੇ ਕੋਲ ਮੋਬਾਈਲ ਹੈ, ਲੇਕਿਨ ਮੋਬਾਈਲ ਬੋਝੇ 'ਚ ਰਹਿੰਦਾ ਸੀ। ਚਾਰਜਰ ਲਾਉਣ ਲਈ ਡੇਰੇ ਤੇ ਜਾਣਾ ਪੈਂਦਾ ਸੀ। ਹੁਣ ਉਹਨਾਂ ਚਾਰਜਰ ਲਾ ਕੇ ਤੇ ਵਿੱਚ ਰੱਖਣ ਲਈ ਜਗ੍ਹਾ ਵੀ ਬਣਾ ਦਿੱਤੀ। ਮੋਟਰਾਂ ਬਾਅਦ 'ਚ ਲਵਾਉਂਦੇ ਸਨ, ਲੱਗ ਗਈਆਂ ਨੇ। ਫਾਇਦਾ ਥੋੜਾ ਜਿਹਾ ਚੋਖਾ ਹੈ। ਤੇ ਪਾਵਰ ਪੈਂਥਰ ਵੀ ਇਹਦੇ 'ਚ ਹੀ ਲੱਭਿਆ। ਵੈਰੀ ਗੁੱਡ। ਪਾਵਰ ਪੈਂਥਰ ਵੀ ਇਹਦੇ 'ਚ ਲੱਭ ਜਾਏਗਾ। ਸਟੀਅਰਿੰਗ ਦਾ ਬਾਜ਼ੂ ਰੱਖਿਆ ਆਪਣੀ ਮੇਰੀ ਰਾਏ ਨਾਲ ਮੈਨੂੰ ਇਹ 85 ਤੋਂ 90% ਯਾਨੀ ਕਿ ਬਿਹਤਰ ਫੀਲ ਕਰ ਰਿਹਾ ਮੈਂ। ਜਿਹੜਾ ਪੀਟੀਓ ਦਾ ਬੈਰਿੰਗ ਹੈ ਵੇ ਨਾ, ਪੀਟੀਓ ਸ਼ਾਫਟ ਜਦੋਂ ਬਾਹਰ ਕੱਢੋ ਬੈਰਿੰਗ ਪਰਤ ਕੇ ਲੱਭਦਾ ਨਹੀਂ ਸੀ। ਸਾਰਾ ਟਾਪਾ ਪੱਟ ਕੇ ਥੱਲਿਓਂ ਬੈਰਿੰਗ ਲੱਭਣਾ ਪੈਂਦਾ ਸੀ, ਜਿਹੜਾ ਕਿ ਖਰਾਬ ਹੋ ਜਾਂਦਾ ਸੀ। ਉਹ ਫਿਰ ਕਈ ਬੁਸ਼ ਲਵਾ ਲੈਂਦੇ ਹਨ ਪੰਪੇ 'ਚ ਤੇ ਕਈ ਉਸ ਬੈਰਿੰਗ ਦੇ ਬਾਰੇ ਮਾਲੂਮਾਤ ਆਪ ਖੁਦ ਦੇਣ ਤੇ। ਕਲਚ ਪਲੇਟ ਦੀ ਜਿਹੜੀ ਗੱਲ ਪੇ ਕਰਦੇ ਸੋ ਉਹ ਆ ਜਾਂਦੀ, ਉਹ ਵੀ ਵੇਖ ਲੈਣੇ। ਜਿਹੜੀ ਕਲਚ ਪਲੇਟ ਮੌਜੂਦ ਆਈ ਪਈ ਠੀਕ ਹੈ, ਮੌਜੂਦ ਜਿਹੜੀ ਕਲਚ ਪਲੇਟ ਉਹਦੇ 'ਚ ਇਹ ਵੇ ਕਿ ਜਿਹੜੀ ਕਲਚ ਪਲੇਟ ਹੈ ਨਾ ਪਹਿਲੀ, ਉਹ ਜਰਾ ਕੋ ਕਮਜ਼ੋਰ ਜਿਸ ਟਾਈਮ ਹੋਵੇ ਤੇ ਹਾਫ ਕਲਚ ਕਰੋ ਤੇ ਟਰੈਕਟਰ ਵਾਈਬ੍ਰੇਸ਼ਨ ਕਰਦਾ ਹੈ ਪਿਛਲੇ ਟਾਇਰਾਂ ਤੋਂ। ਇਸ ਕਲਚ ਪਲੇਟ ਨਾਲ ਉਮੀਦ ਨਹੀਂ ਕਰੇਗਾ ਇਹ ਉਹਦੇ ਨਾਲ ਬਿਹਤਰ ਭਾਈ। ਆਜੋ ਆ ਦੋਵੇਂ ਕਲਚ ਪਲੇਟਾਂ ਪਈਆਂ ਜੀ ਇੱਥੇ ਸਾਂਡੇ ਤੇ ਜ਼ਿਆਦਾ ਕਲਚ ਪਲੇਟ ਦੇ ਕੋਲ ਸਾਦਾ ਵੀ ਤੇ ਡੈਂਪਰ ਕਲਚ ਪਲੇਟ ਵੀ ਅੱਜ ਤੁਹਾਨੂੰ ਨਿਚੋੜ ਕੱਢ ਕੇ ਵਿਖਾ ਦੇਣਾ। ਡੈਂਪਰ ਤੇ ਜਿਹੜੀ ਦੂਸਰੀ ਆਹ ਚੈੱਕ ਕਰ ਲਓ ਜੀ, ਇਹ ਕਿਹੜੀ ਪਾ ਰਹੇ ਜੀ? ਇੱਕ ਆ ਜੀ ਕਲਚ ਪਲੇਟ ਦੋਸਤੋ ਆ ਚੈੱਕ ਕਰ ਖੋਲੋ ਜੀ, ਖੁੱਲ ਗਿਆ ਜੀ। ਅਨਬਾਕਸਿੰਗ ਕਰ ਲਓ ਜੀ। ਹਾਂਜੀ ਇਹ ਕਾਜ ਕਲਚ ਪਲੇਟ ਨੂੰ ਹੁਣ ਫਰਕ ਨਜ਼ਰ ਕਰ ਲਓ। ਆ ਪੜੋ ਜੀ, ਇਹ ਪਹਿਲੇ ਵਾਲੀ ਹੈ, ਆ ਨਵੀਂ ਹੈ ਜੀ ਡੈਂਪਰ। ਖੈ ਇਹ ਡੈਂਪਰ ਹੈ ਜੀ। ਵੇਖੋ ਫਰਕ ਇਹਦਾ ਕੀ ਫਰਕ ਨਜ਼ਰ ਕਰੋ, ਦੂਸਰੀ ਸਾਈਡ ਤੇ ਫਰਕ ਹੋ ਨਹੀਂ 4-5 ਦਾ ਨਹੀਂ ਰੌਲਾ। ਇਹਦੇ 7 ਵੀ ਪਾ ਲੈ ਨੇ ਫਿਰ ਵੀ ਉਹੀ ਕੰਮ ਕਰਨਾ ਹੈ। ਮਾੜਾ ਜਿਹਾ ਹਲ ਪਾਉਣ ਲੱਗਾ ਟਰੈਕਟਰ ਸਲੋ 'ਚ ਤੁਸੀਂ ਬੈਕ ਕਰੋ ਤੇ ਇਹ ਕੰਮ ਕਰਦੀ ਹੈ, ਇਹ ਨਹੀਂ ਕਰੇਗੀ। ਚੀਜ਼ ਬਣੀ ਹੈ
ਵੇਖੋ ਚੀਜ਼ ਨੂੰ ਵੇਖ ਕੇ ਨਾ ਸਾਰਿਆਂ ਬੰਦਿਆਂ ਦੀ ਰਾਏ ਮੁxtਲਿਫ ਹੁੰਦੀ ਹੈ, ਲੇਕਿਨ ਚੀਜ਼ ਵੇਖ ਕੇ ਹਿਸਾਬੇ ਲੱਗਾ ਕਿ ਫਿਲਹਾਲ ਮਕਾਮੀ ਕੰਪਨੀਆਂ ਨਾਲੋਂ ਅਸੀਂ ਅੱਗੇ ਜਾ ਇੱਥੇ ਬਣਾ ਕੇ ਅਸੀਂ ਬਿਹਤਰ ਜਾ ਰਹੇ ਹਾਂ। ਸੋਚ ਆਪਣੀ ਹੈ। ਉਸ ਤੋਂ ਬਾਅਦ ਇਹ ਵੇ ਕਿ ਅਗਰ ਕੋਈ ਟਰੈਕਟਰ ਟੁੱਟਦਾ ਹੈ ਜਾਂ ਕੋਈ ਵਾਧਾ ਘਾਟਾ ਕਰਦਾ ਹੈ, ਲਾਈਫ ਟਾਈਮ ਤੇ ਗਾਰੰਟੀ ਬੰਦੇ ਦੀ ਵੀ ਕੋਈ ਮਸ਼ੀਨਰੀ ਦੇ ਬਾਅਦ ਦੀ ਗੱਲ। ਉਹਦੇ ਚ ਆਪਣੀਆਂ ਗਲਤੀਆਂ ਕੁਤਾਈਆਂ ਤੇ ਜਿਹੜਾ ਮੰਨ ਲੈਂਦਾ ਨਾ ਉਹ ਤਰ ਜਾਂਦਾ, ਉਹਦੇ ਕੋਲ ਨਹੀਂ ਟੁੱਟਦੇ ਜਿਵੇਂ ਮੇਰੇ ਕੋਲ ਨਹੀਂ। ਮਟੀਰੀਅਲ ਜਿਹੜਾ ਨਾ ਟਰੈਕਟਰ ਦਾ ਕਾਸ਼ਤਕਾਰ ਦੇ ਕੋਲ ਕੋਈ ਚੀਜ਼ ਐਸੀ ਨਹੀਂ ਕਿ ਜਿਹਦੇ ਨਾਲ ਕਾਸ਼ਤਕਾਰ ਮਟੀਰੀਅਲ ਚੈੱਕ ਕਰ ਲਵੇ, ਠੀਕ ਹੈ। ਕਾਸ਼ਤਕਾਰ ਨੂੰ ਤੇ ਚੰਗੀ ਚਲਾਈ ਤੇ ਮੰਦੀ ਚਲਾਈ ਨਾਲ ਮਤਲਬ ਹੈ, ਇਹ ਗੱਲ ਹੈ। ਉਹ ਪਿਆ ਆਖੇ ਪਰਕਣੇ ਫਲਾਣਾ ਗੱਲ ਹੈ ਨਾ ਲੈ। ਉਹਦੇ ਚ ਇਹ ਵੇ ਮਟੀਰੀਅਲ ਤੇ ਕਾਸ਼ਤਕਾਰ ਜਿਹੜਾ ਦੇਖਦਾ ਉਹ ਨਹੀਂ ਚੈੱਕ ਕਰ ਸਕਦਾ। ਭੇਜੇ ਵੇ ਕਿ ਟਰੈਕਟਰ ਇੱਥੋਂ ਟੁੱਟਣ ਵਾਲਾ, ਪਹਿਲੂ ਗੱਲ ਕੀਤੀ ਹੈ ਕਿ ਮਟੀਰੀਅਲ ਕਾਸ਼ਤਕਾਰ ਚੈੱਕ ਨਹੀਂ ਕਰ ਸਕਦਾ, ਨਾ ਕੋਈ ਉਹਦੇ ਕੋਲ ਐਸਾ ਆਲਾ ਜਿਹਦੇ ਨਾਲ ਉਹ ਚੈੱਕ ਕਰੇ। ਉਹਨੂੰ ਤੇ ਚਲਾਈ ਨਾਲ ਮਤਲਬ ਹੈ, ਚਲਾਈ ਬਿਹਤਰ ਜਾਂ ਚੰਗੀ ਜਾਂ ਮੰਦੀ ਨਾਲ। ਟੁੱਟਣ ਦੀ ਵਜੂਹਾਤ ਮੈਂ ਜਿੰਨੇ ਟਰੈਕਟਰ ਨਵੇਂ ਖੜ ਕੇ ਚਲਾਏ ਨੇ ਉਹਨਾਂ ਨੂੰ ਦੁਬਾਰਾ ਜਦੋਂ ਅਸੀਂ 30 ਘੰਟੇ ਤੋਂ ਬਾਅਦ ਸਰਵਿਸ ਸਟੇਸ਼ਨ ਤੇ ਖੜ ਜਦੋਂ ਸਰਵਿਸ ਕਰਾਉਣ ਖੜਨੇ ਆ, ਉੱਥੇ ਦੋ ਕੰਮ ਹੁੰਦੇ ਨੇ। ਇੱਕ ਤੇ ਸਰਵਿਸ ਵਾਲੇ ਵੀ ਸ਼ਾਇਦ ਮੇਰੀ ਗੱਲ ਸੁਣ ਕੇ ਉਹਨਾਂ ਨੂੰ ਮੱਠਾ ਲੱਗਿਆ ਦਾ, ਮੱਠੀ ਗੱਲ ਸੁਣ ਲੈਣ ਵਾਲਾ ਬੰਦਾ ਬਹਾਦਰ ਹੁੰਦਾ, ਜਿਹੜਾ ਨਾ ਸੁਣਿਆ ਸਮਝੋ ਬੁੱਝਦੇ ਨੇ। ਉਹ ਪੂਰੇ ਟਰੈਕਟਰ ਨੂੰ ਚਾਬੀ ਪਾਣਾ ਪਾ ਕੇ ਚੈੱਕ ਹੀ ਨਹੀਂ ਕਰਦੇ। ਜੇ ਕੋਈ ਭਲਾ ਲੋਕ ਚੈੱਕ ਕਰਨ ਵੀ ਲੱਗੇ ਤੇ ਅਸੀਂ ਕੋਲ ਖਲੋ ਕੇ ਨੇ ਉਹ ਰੰਗ ਲੈ ਗਏ। ਅਰੇ ਬਈ ਰੰਗ ਲੈਣਾ ਤੇ ਨਟ ਚੈੱਕ ਹੋਣਾ, ਫਿਰ ਜੇ ਜਾਂ ਤਰੋੜ ਲਓ ਤੇ ਯਾਰ ਰੰਗ ਲਵਾ ਲਓ। ਇੱਕ ਟਰੈਕਟਰ ਬਚਾਓ। ਉਸ ਤੋਂ ਬਾਅਦ ਅਗਰ ਮਤਲਬ ਇਹ ਜੇ ਕੋਈ ਤੁਸੀਂ ਸਪੋਰਟ ਵਗੈਰਾ ਲਾਣੀ ਚਾਹੁੰਦੇ ਹੋ ਤਾਂ ਤੁਹਾਡਾ ਫੇਲ ਹੈ, ਨਹੀਂ ਤੁਸੀਂ ਲਵਾਣੀ ਤੇ ਕਮ ਤੋਂ ਕਮ 30 ਘੰਟੇ ਬਾਅਦ ਟਰੈਕਟਰ ਦੇ ਪੂਰੇ ਨਟ ਬੋਲਟ ਜਿਹੜਾ ਇੱਕ ਵਾਰੀ ਚੈੱਕ ਕਰੋ। ਕਲਚ ਪਲੇਟ ਵਗੈਰਾ ਜਦੋਂ ਗੇਅਰ ਹੈ, ਹੁਣ ਕਈਆਂ ਰਹਿੰਦੇ ਨੇ ਗੇਅਰ ਦਾ ਐਕਸੀਡੈਂਟ ਹੋਇਆ, ਬੈਰਿੰਗ ਟੁੱਟਾ ਤਾਂ ਕੀ ਗੇਅਰ ਦਾ ਐਕਸੀਡੈਂਟ ਹੀ ਹੋਣਾ? ਗੇਅਰ ਟੁੱਟਣਾ ਹੀ ਹੈ ਕਿ ਟੁੱਟੇ ਬੈਰਿੰਗ ਤੋਂ ਚੱਲਣਾ। ਦੂਜੀ ਵਜ੍ਹਾ ਨਟ ਢਿੱਲੇ ਹੁੰਦੇ ਨੇ, ਡਰਾਈਵਰ ਅਨਾੜੀ ਜਰਾ ਕੋ ਖਿੱਚ ਵੱਧ ਘੱਟ ਵੱਜੇ। ਬੇਸ਼ੱਕ ਜਿੰਨੀਆਂ ਵੀਡੀਓ ਨੈਟ ਤੇ ਨੇ ਉਹਨਾਂ ਨੂੰ ਚੈੱਕ ਕਰ ਲਓ। ਸਭ ਤੋਂ ਪਹਿਲੀ ਤਾਂ ਗੱਲ ਹੈ ਵੀ ਵੀਡੀਓ ਵੇਖਣ ਵਾਲੇ ਜਿਹੜਾ ਇਸ ਚੀਜ਼ ਦਾ ਖਿਆਲ ਕਰਨਾ, ਗੱਲ ਨੂੰ ਜ਼ਰੂਰ ਸੋਚੋ। ਤਾਂ ਨਹੀਂ ਗਾਲ ਕੱਢਣੀ ਉਹਦਾ ਫੇਲ ਹੈ, ਉਹਦੀ ਪਰਵਰਿਸ਼ ਦਾ ਹਿੱਸਾ ਹੈ, ਮੇਰੀ ਦਾ ਨਹੀਂ। ਉਹਦੀ ਪਰਵਰਿਸ਼ ਦਾ ਮੇਰਾ ਨਹੀਂ, ਉਹਨੇ ਕੱਢਣੀ ਹੈ, ਉਹਦਾ ਫੇਲ ਹੈ। ਮੈਂ ਨਹੀਂ ਕੱਢਣੀ ਕਿਸੇ ਨੂੰ, ਨਾ ਮੈਂ ਕਹਿਣਾ। ਲੇਕਿਨ ਇਹ ਜ਼ਰੂਰ ਵੀਡੀਓ ਵੇਖੋ ਟਰੈਕਟਰ ਟੁੱਟਾ ਕਿੱਥੋਂ, ਕਿਵੇਂ ਟੁੱਟਾ। ਟਰੈਕਟਰ ਅੱਗੋਂ ਉੱਠਿਆ, ਟਾਇਰਾਂ ਜ਼ਮੀਨ ਫੜੀ ਹੈ, ਪਿੱਛੇ ਵਜ਼ਨ ਹੈ, ਅਗਲੇ ਟਰੈਕਟਰ ਨੂੰ ਲੱਗੋ ਪਾਣੀ ਖੜਿਆ। ਇੱਥੇ ਚਨਿਓੜ ਤੋਂ ਮੇਰੇ ਦੋਸਤ ਨੇ ਇੱਥੇ ਖੜੇ ਨੇ, ਇੱਧਰ ਕੈਮਰਾ ਫੜਾ ਕੇ ਇੱਧਰ ਆਓ, ਇੱਧਰ ਆਓ, ਮੇਰੀ ਗੱਲ ਦਾ ਤੁਸੀਂ ਜਵਾਬ ਦੇਣਾ ਹੈ। ਇਹ ਫੋਰਡ ਦੇ ਯੂਜ਼ਰ ਸਨ, ਚਲੋ ਹੁਣ ਮਿਕਸ ਕਰ ਲਏ। ਫੋਰਡ ਜਿਹੜੇ ਸਨ ਚ ਆਉਂਦਾ ਰਿਹਾ 4610 4600, ਉਹ ਉਦੋਂ ਨਹੀਂ ਸਨ ਟੁੱਟਦੇ। ਹੁਣ ਕਿਉਂ ਟੁੱਟਦੇ ਨੇ? ਕੋਈ ਮੌਸਮ ਬਦਲ ਗਿਆ? ਹਾਂ ਜਾਂ ਨਾ? ਸਾਡੇ ਇਸਤੇਮਾਲ ਹੀ ਉਦਾਂ ਦੇ ਹੋ ਗਏ ਨੇ। ਸਾਡੇ ਇਸਤੇਮਾਲ 'ਚ ਫਰਕ ਆ ਗਿਆ ਹੈ। ਸਾਡੇ ਇਸਤੇਮਾਲ 'ਚ ਫਰਕ ਆ ਗਿਆ। ਮੈਂ ਅਗਲੇ ਦਿਨ ਵੀ ਇਹ ਗੱਲ ਕੀਤੀ ਸੀ ਕਿ ਇੱਕ ਕੰਪਨੀ ਇਹ ਗੱਡੀ ਬਣਾਉਂਦੀ ਹੈ, ਗੱਡੀ ਬਣੇ ਜਾ ਕੇ ਟਾਲੀ 'ਚ ਵੱਜ ਜਾਂਦੀ ਹੈ, ਗੱਡੀ ਦਾ ਗੁਨਾਹ ਹੈ? ਡਰਾਈਵਰ ਦਾ ਗੁਨਾਹ ਹੈ। ਡਰਾਈਵਰ ਗਲਤੀ ਚਲਾਇਆ। ਮੈਂ ਹੁਣ ਇੱਥੇ ਮਾੜਾ ਬੋਲਣ ਲੱਗ ਪਵਾਂ, ਤੁਸੀਂ ਸਾਰੇ ਇੱਥੇ ਹੱਥੋਂ ਹੱਥ ਕਰ ਲੈਣਾ, ਕਰ ਲੈਣਾ ਜਾਂ ਨਹੀਂ? ਅਸੀਂ ਚਲੋ ਕਾਸ਼ਤਕਾਰਾਂ ਦੀ ਗੱਲ ਇਹ ਪੇ ਕਰਨੇ ਆ। ਫੋਰਡ ਉਦੋਂ ਨੇ ਹਨ ਟੁੱਟਦੇ, ਹੁਣ ਟੁੱਟਦੇ ਨੇ। ਸਾਬਤ ਇਹ ਹੋਇਆ ਸਾਡੇ ਇਸਤੇਮਾਲ 'ਚ ਫਰਕ ਪੈ ਗਿਆ, ਇਸਤੇਮਾਲ ਦਾ ਤਰੀਕਾ ਬਦਲ ਗਿਆ। ਤਰੀਕੇ ਦੇ ਨਾਲ ਅਸੀਂ ਤਰੋੜੀ ਆਉਣਿਆਂ ਪਏ।